परम सन्मानियो गुरु रू गुरु खालसा साध संगत जी, वाहिगुरु जी का खालसा वाहिगुरु जी की फतेह। सच्चे पातशाह धन श्री गुरु अर्जन देव साहब जी महाराज श्री ਅੰਮ੍ਰਿਤਸਰ ਤੋਂ मन विच कुछ विचार के चल पे। कई सिखां नूं उन्हां ने अपने नाल लै लिया ते विशाल माझे देश नूं छड्ड दिता। 4 दिन श्री गोविंदवाल साहब विच ठहरे ते भल्लियां दे कुल परिवार नूं मिले। यथायोग आदर नाल उन्हां नूं मिल के ते ब्यासा नदी पार करके जिथे शकरगंद खूह बनाया है इत्थे आके उतारा करके सुख पाया। उथे दरख्तां दी संघनी छां सी। ਉਹ ਛਾਂ ਮਨ ਨੂੰ ਚੰਗੀ ਲੱਗਣ ਕਰਕੇ ਉੱਥੇ ਡੇਰਾ ਲਾ ਲਿਆ। ਉਹਨਾਂ ਦੇ ਨਾਲ ਬੁੱਧੀਵਾਨ ਬ੍ਰਾਹਮਣ, ਜਾਤੀ ਮਲਕ, ਭਾਈ ਸੰਘੇੜਾ ਅਤੇ ਭਾਈ ਜੇਠਾ ਆਦਿ ਹੋਰ ਸਿੱਖ ਵੀ ਸਨ। ਆਮੀਆਂ ਹੇਹਰ ਕਿਸਾਨ ਵੀ ਗੁਰੂ ਜੀ ਦੇ ਨਾਲ ਸੀ ਤੇ ਮਹਿਰੋ ਰੰਧਾਵਾ ਤੇ ਭਾਈ ਗੁਰਦਾਸ ਜੀ ਵੀ ਗੁਰੂ ਜੀ ਦੇ ਨਾਲ ਸਨ। ਤਦ ਇਸ ਥਾਂ ਇੱਕ ਛੋਟਾ ਜਿਹਾ ਪਿੰਡ ਵਸਦਾ ਸੀ। ਕਈ ਕਿਸਾਨਾਂ ਨੇ ਘਰ ਬਣਾਏ ਸਨ। ਭਾਈ ਸੱਧੂ, ਭਾਈ ਬੂੜਾ ਅਤੇ ਭਾਈ ਪਿਰਾਣਾ ਇਤਿਆਦਿਕ ਉਹਨਾਂ ਦੇ ਨਾਂ ਸਨ। ਸਾਰਿਆਂ ਨੂੰ ਸਤਿਗੁਰੂ ਜੀ ਨੇ ਬੁਲਾਇਆ। ਸੁਣ ਕੇ ਕਈ ਭੇਟਾਵਾਂ ਲੈ ਕੇ ਆਏ। ਬੰਦਨਾ ਕਰ ਕਰਕੇ ਪਾਸ ਬੈਠ ਗਏ ਤੇ ਸੁੱਖਾਂ ਦੀ ਰਾਸ ਭਾਵ ਗੁਰੂ ਜੀ ਦੇ ਦਰਸ਼ਨ ਕਰਦੇ ਸਨ। ਉਹਨਾਂ ਸਭ ਵੱਲ ਵੇਖ ਕੇ ਮਾਲਕ ਗੁਰੂ ਜੀ ਨੇ ਨਗਰ ਵਸਾਉਣ ਦੀ ਗੱਲ ਕੀਤੀ। ਸਾਨੂੰ ਮੰਗੀ ਹੋਈ ਜ਼ਮੀਨ ਦਿਓ, ਅਸੀਂ ਇਸ ਸਥਾਨ ਤੇ ਨਗਰੀ ਵਸਾਈਏ। ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਗੁਰੂ ਦੀ ਨਗਰੀ ਵਸੇਗੀ ਤਾਂ ਕਾਰੋਬਾਰ ਵਧੇਗਾ। ਬਹੁਤ ਲੋਕਾਂ ਤੇ ਤੁਹਾਡਾ ਪਰਉਪਕਾਰ ਹੋਵੇਗਾ ਅਤੇ ਗੁਰੂ ਦੀ ਸੇਵਾ ਉੱਤਮ ਸਫਲ ਹੋਵੇਗੀ। ਜਦ 2-3 ਕਿਸਾਨਾਂ ਦੀਆਂ ਧਿਰਾਂ ਨੇ ਗੁਰੂ ਜੀ ਦੇ ਅਜਿਹੇ ਬਚਨ ਸੁਣੇ ਤਾਂ ਇੱਕ ਧਿਰ ਗੁਰੂ ਜੀ ਦੇ ਬਚਨਾਂ ਅਨੁਸਾਰ ਹੋ ਗਈ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਇਹ ਸਭ ਆਪ ਦੀ ਹੀ ਜ਼ਮੀਨ ਹੈ। ਨਗਰ ਵਸਾ ਕੇ ਸਾਡੀ ਪਾਲਣਾ ਕਰੋ। ਆਪ ਵਸ ਕੇ ਸੇਵਕਾਂ ਦਾ ਉਧਾਰ ਕਰੋ। ਆਪ ਜੀ ਦੇ ਦਰਸ਼ਨ ਕਰਕੇ ਹਮੇਸ਼ਾ ਆਨੰਦ ਪਾਵਾਂਗੇ। ਸਾਥੋਂ ਚੰਗੇ ਹੋਰ ਕਿਸ ਦੇ ਭਾਗ ਹੋਣਗੇ। ਸਤਿਗੁਰੂ ਜੀ ਸੁਣ ਕੇ ਪ੍ਰਸੰਨ ਹੋ ਗਏ ਤੇ ਕੋਮਲ ਬਚਨ ਬੋਲ ਕੇ ਖੁਸ਼ ਹੋ ਗਏ। ਜਦ ਦੂਸਰੀ ਧਿਰ ਨੂੰ ਪੁੱਛਿਆ ਤਾਂ ਉਸ ਸ਼ਰਧਾਹੀਨ ਨੇ ਤਦ ਕਿਹਾ, ਸਾਡੇ ਬਹੁਤ ਮਨੁੱਖ ਹਨ, ਧਰਤੀ ਥੋੜ੍ਹੀ ਹੈ, ਪਹਿਲਾਂ ਹੀ ਸਮਾਉਂਦੇ ਹੋਏ ਨਹੀਂ ਦਿਸਦੇ ਹਨ, ਇਸ ਕਰਕੇ ਸਾਥੋਂ ਧਰਤੀ ਦਿੱਤੀ ਨਹੀਂ ਜਾਣੀ। ਇਹ ਸੱਚੀ ਗੱਲ ਤੁਹਾਨੂੰ ਦੱਸ ਦਿੱਤੀ ਹੈ। ਇਹ ਸੁਣ ਕੇ ਗੁਰੂ ਜੀ ਸਹਿਜ ਸੁਭਾਅ ਬੋਲੇ, ਮਨੁੱਖ ਥੋੜ੍ਹੇ ਹੋ ਜਾਣਗੇ ਤੇ ਧਰਤੀ ਬਹੁਤ ਰਹਿ ਜਾਏਗੀ। ਪ੍ਰਾਣੀ ਸਦਾ ਹੀ ਖਤਮ ਹੋ ਜਾਂਦੇ ਹਨ ਤੇ ਧਰਤੀ ਇਸ ਪ੍ਰਕਾਰ ਹੀ ਸਥਿਰ ਰਹਿੰਦੀ ਹੈ। ਜਿਸ ਪਾਸ ਬਹੁਤ ਧਰਤੀ ਹੈ ਉਸਨੇ ਦਿੱਤੀ ਹੈ, ਉਸਦੇ ਬਹੁਤ ਮਨੁੱਖ ਵਧਣਗੇ, ਇਹ ਵੇਖ ਲੈਣਾ। ਇਸ ਤਰ੍ਹਾਂ ਇੱਕ ਧਿਰ ਨੂੰ ਗੁਰੂ ਜੀ ਨੇ ਕਠੋਰ ਬਚਨ ਕਹੇ ਤੇ ਦੂਸਰੀ ਨੂੰ ਸ੍ਰੇਸ਼ਟ ਵਰ ਦੇ ਦਿੱਤਾ। ਨਗਰ ਵਸਾਉਣ ਦੀ ਚਿੱਤ ਵਿੱਚ ਚਾਹਤ ਸੀ। ਆਪਣੇ ਡੇਰੇ ਵਿੱਚ ਹੀ ਨਿਵਾਸ ਕਰ ਰਹੇ ਸਨ। ਜਦ ਵੇਖਿਆ 1-2 ਦਿਨ ਬੀਤ ਗਏ ਹਨ ਤਾਂ ਬੇਲਦਾਰ ਤੇ ਮਜ਼ਦੂਰ ਬੁਲਾਏ। ਸਾਰੇ ਫਿਰ ਕੇ ਇੱਕ ਸੁੰਦਰ ਸਥਾਨ ਵੇਖਿਆ। ਬਾਬਾ ਬੁੱਢਾ ਜੀ, ਭਾਈ ਭਗਤੂ ਜੀ ਆਦਿ ਜਿਹੜੇ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਪਾਉਂਦੇ ਸਨ, ਉਹਨਾਂ ਪਾਸੋਂ ਬਹੁਤ ਮਿੱਠਾ ਪ੍ਰਸ਼ਾਦ ਮੰਗਵਾਇਆ। ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆਇਆ, ਫਿਰ ਸਾਰੇ ਗੁਰੂ ਸਾਹਿਬਾਨਾਂ ਦੇ ਨਾਮ ਯਾਦ ਕੀਤੇ ਤੇ ਸੁੰਦਰ ਰੀਤੀ ਅਨੁਸਾਰ ਅਰਦਾਸ ਕੀਤੀ। ਸਤਿਗੁਰੂ ਜੀ ਸਹਿਤ ਸਭ ਨੇ ਸਿਰ ਨਿਵਾਇਆ। ਫਿਰ ਸਾਰਿਆਂ ਦੇ ਵਿੱਚ ਪ੍ਰਸ਼ਾਦ ਵਰਤਾਇਆ। ਫਿਰ ਬੇਲਦਾਰ ਨੂੰ ਆਗਿਆ ਕੀਤੀ, ਨਗਰ ਦੇ ਚਾਰੇ ਪਾਸੇ ਪੱਕੇ ਕਿਲੇ ਦੀ ਉਸਾਰੀ ਕਰੋ। ਗੁਰੂ ਜੀ ਦਾ ਹੁਕਮ ਸੁਣ ਕੇ ਉਸਨੇ ਕਹੀ ਚੁੱਕੀ ਤੇ ਮਿੱਟੀ ਪੁੱਟਣ ਵਾਸਤੇ ਧਰਤੀ ਤੇ ਮਾਰੀ। ਜਦ ਉਹ ਹਿੱਲਿਆ ਤਾਂ ਉਸਦੀ ਪੱਗ ਡਿੱਗ ਪਈ। ਸਾਰੇ ਲੋਕਾਂ ਨੇ ਮਨ ਵਿੱਚ ਸ਼ੰਕਾ ਕੀਤੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰਿਆਂ ਦੇ ਦਿਲ ਦੀ ਗੱਲ ਜਾਣ ਲਈ ਤੇ ਮੁਸਕਰਾਉਂਦੇ ਹੋਏ ਉਹ ਬੋਲੇ, ਕਮਾਨ ਚੜ੍ਹਾ ਕੇ ਜੋ ਇਸ ਨਗਰੀ ਤੇ ਚੜ੍ਹ ਕੇ ਆਵੇਗਾ ਉਹ ਪਗੜੀ ਉਤਰਵਾ ਕੇ ਆਪਣੇ ਘਰ ਜਾਏਗਾ। ਜੰਗ ਜਿੱਤਣ ਦਾ ਇਹ ਸਥਾਨ ਹੈ। ਤੁਰਕ ਬੇਈਮਾਨ ਹੋਣ ਤੇ ਮਾਰਿਆ ਜਾਵੇਗਾ। ਗੁਰੂ ਘਰ ਦੀ ਅਚਲ ਨੀਂਹ ਹੈ, ਇਹ ਕਿਤੇ ਨਹੀਂ ਜਾਏਗੀ, ਸਦਾ ਰਹੇਗੀ। ਇਸ ਤਰ੍ਹਾਂ ਕਹਿ ਕੇ ਸਾਰਿਆਂ ਦਾ ਭਰਮ ਦੂਰ ਕੀਤਾ। ਬਹੁਤ ਮਜ਼ਦੂਰ ਕੰਮ ਕਰਨ ਲੱਗ ਗਏ। ਮਿੱਟੀ ਨਾਲ ਕਿਲੇ ਦੀ ਉਸਾਰੀ ਕਰਕੇ
ਚਾਰੇ ਪਾਸੇ ਸੁੰਦਰ ਉੱਚੀ ਦੀਵਾਰ ਬਣਾ ਦਿੱਤੀ। ਫਿਰ ਘਰ ਬਣਾਉਣ ਦਾ ਹੁਕਮ ਦਿੱਤਾ। ਫਿਰ ਗੁਰੂ ਜੀ ਨੇ ਨਗਰੀ ਦਾ ਸੁੰਦਰ ਨਾਂ ਰੱਖਿਆ। ਇਸ ਨਗਰ ਦਾ ਨਾਂ ਸਭ ਅਮੀਰਾਂ ਗਰੀਬਾਂ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਪ੍ਰਸਿੱਧ ਹੋਵੇਗਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲੋਕਾਂ ਨੂੰ ਬੁਲਾਇਆ ਤੇ ਮਾਨ ਤੇ ਦਾਨ ਦੇ ਕੇ ਬਹੁਤ ਲੋਕਾਂ ਨੂੰ ਸ਼ਹਿਰ ਦੇ ਵਿੱਚ ਵਸਾਇਆ। ਸੰਘਣਾ ਅਤੇ ਸੁੰਦਰ ਬਾਜ਼ਾਰ ਬਣਾਇਆ। ਫਿਰ ਨਗਰ ਵਿੱਚ ਘਰ ਬਣਨ ਲੱਗੇ। ਬਹੁਤ ਗਰੀਬ ਤੇ ਅਮੀਰਾਂ ਦੇ ਅਨੁਸਾਰ ਛੋਟੇ ਵੱਡੇ ਘਰ ਬਣਾਉਣ ਲੱਗੇ। ਕਿਸਾਨਾਂ ਨੂੰ ਜਿਹੜਾ ਵਰ ਤੇ ਕਠੋਰ ਵਚਨ ਕੀਤੇ ਸੀ, ਜਿਵੇਂ ਕਿਹਾ ਸੀ, ਉਸ ਤਰ੍ਹਾਂ ਹੀ ਹੋਇਆ। ਇਹ ਸਾਰੀ ਸੰਗਤ ਨੇ ਅੱਖਾਂ ਨਾਲ ਵੇਖਿਆ। ਤੁਰਕਾਂ ਵਿੱਚੋਂ ਜਿਹੜਾ ਵੀ ਚੜ੍ਹਾਈ ਕਰਕੇ ਆਇਆ, ਹਾਰ ਕੇ ਭੱਜ ਗਏ, ਭਾਵ ਪੱਗ ਲੁਹਾ ਕੇ ਚਲੇ ਗਏ। ਸ਼੍ਰੀ ਗੁਰੂ ਜੀ ਦਾ ਬਚਨ ਪੂਰਾ ਹੋਇਆ। ਜਦ ਕਰਤਾਰਪੁਰ ਵਸਾਉਣ ਲੱਗੇ, ਆਪਣੇ ਵਸੇਬੇ ਵਾਸਤੇ ਗੁਰੂ ਜੀ ਨੇ ਸੁੰਦਰ ਸਥਾਨ ਵੇਖਿਆ। ਇੱਥੇ ਘਰ ਬਣਾਓ। ਗੁਰੂ ਜੀ ਨੇ ਆਗਿਆ ਕੀਤੀ। ਤੁਰੰਤ ਮਸੰਦਾਂ ਨੇ ਕੰਮ ਆਰੰਭ ਕਰ ਦਿੱਤਾ। ਕਾਰੀਗਰ ਬੁਲਾ ਕੇ ਲਗਵਾਏ। ਬਹੁਤ ਵੱਡਾ ਸਤਸੰਗ ਘਰ ਬਣਾਓ। ਗੁਰੂ ਜੀ ਨੇ ਫਰਮਾਇਆ। ਘਰ ਬਣਾਉਣ ਵਾਲੇ ਰਾਜ ਅਤੇ ਸਾਰੇ ਮਸੰਦਾਂ ਨੇ ਮਿਲ ਕੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭੂ ਜੀ, ਦੁਆਬੇ ਦੇਸ਼ ਵਿੱਚ ਬਹੁਤ ਮੋਟੀ ਲੱਕੜੀ ਨਹੀਂ ਮਿਲਦੀ। ਮੋਟੀ ਲੱਕੜ ਦੇ ਬਗੈਰ ਵੱਡੇ ਘਰ ਕਿਵੇਂ ਬਣ ਸਕਦੇ ਹਨ, ਜਿੱਥੇ ਸਭਾ ਦਾ ਇਕੱਠ ਬੈਠ ਸਕੇ। ਸਤਿਗੁਰੂ ਜੀ ਨੇ ਸੁਣ ਕੇ ਬਚਨ ਕੀਤਾ, ਦੂਰ ਨੇੜੇ ਜਿੱਥੇ ਵੀ ਭਾਰੀ ਲੱਕੜੀ ਮਿਲ ਸਕਦੀ ਹੈ, ਉਸ ਦੀ ਖੋਜ ਕਰੋ। ਜਿੰਨੇ ਮੁੱਲ ਨੂੰ ਵੀ ਮਿਲਦੀ ਹੈ ਦੇ ਕੇ ਲਿਆਓ, ਤਾਂ ਕਿ ਕਾਰਜ ਪੂਰਾ ਹੋਵੇ। ਜਿਵੇਂ ਮੋਟੀ ਲੱਕੜੀ ਲਾ ਕੇ ਘਰ ਬਣੇ, ਉਸ ਤਰ੍ਹਾਂ ਬਣਾਓ ਤੇ ਬਹੁਤ ਧਨ ਦਿਓ। ਇਹ ਆਗਿਆ ਸੁਣ ਕੇ ਸਾਰੇ ਮਸੰਦਾਂ ਨੇ ਜਿੱਥੇ ਕਿੱਥੇ ਮੋਟੀ ਲੱਕੜ ਲੱਭਣ ਵਾਸਤੇ ਆਪਣੇ ਬੰਦੇ ਭੇਜੇ। ਜਿੱਥੇ ਵੀ ਮੋਟੀ ਲੱਕੜ ਪ੍ਰਾਪਤ ਹੋਵੇ ਖਬਰ ਕਰੋ, ਤਾਂ ਕਿ ਜਾ ਕੇ ਤੁਰੰਤ ਲਿਆਈਏ। ਜੋ ਵੀ ਧਨ ਉਹ ਲੈਣਾ ਚਾਹਣ ਅਸੀਂ ਦਿਆਂਗੇ। ਗੁਰੂ ਜੀ ਦਾ ਹੁਕਮ ਹੈ ਕਿ ਘਰ ਵੱਡੇ ਬਣਾਉਣੇ ਹਨ। ਇਧਰੋਂ ਉਧਰੋਂ ਮਨੁੱਖ ਲੱਭਣ ਲੱਗੇ। ਜਿੱਥੇ ਵੀ ਮੋਟੀ ਲੱਕੜ ਮਿਲ ਸਕੇ ਬਹੁਤ ਪਿੰਡਾਂ ਵਿੱਚ ਜਾ ਕੇ ਵੇਖਿਆ, ਪਰ ਅਜਿਹੀ ਲੱਕੜ ਕਿਸੇ ਸਥਾਨ ਤੋਂ ਵੀ ਨਾ ਮਿਲੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਇੱਕ ਮਸੰਦ ਆਇਆ ਤੇ ਉਸਨੇ ਬੇਨਤੀ ਕੀਤੀ, ਮੋਟੀ ਅਤੇ ਲੰਮੀ ਲੱਕੜ ਦੂਰ ਨੇੜੇ ਦੇ ਪਿੰਡਾਂ ਵਿੱਚ ਕਿਸੇ ਸਥਾਨ ਤੇ ਵੀ ਨਹੀਂ ਹੈ। ਹਰ ਥਾਂ ਜਾ ਕੇ ਅਸੀਂ ਵੇਖ ਲਿਆ ਹੈ। ਜੇ ਪ੍ਰਾਪਤ ਹੋਵੇ ਤਾਂ ਧਨ ਦੇ ਕੇ ਮੰਗਵਾਈਏ। ਜਿਵੇਂ ਤੁਹਾਡਾ ਹੁਕਮ ਹੈ ਫਿਰ ਉਸ ਤਰ੍ਹਾਂ ਦਾ ਹੀ ਘਰ ਬਣਾਈਏ। ਅੱਗੇ ਜਿਵੇਂ ਆਪ ਜੀ ਦੀ ਮਰਜ਼ੀ ਹੈ, ਜਿਵੇਂ ਸਤਿਗੁਰੂ ਜੀ ਚਾਹਣ ਉਸ ਤਰ੍ਹਾਂ ਕਰਾਂਗੇ। ਜਦ ਮਸੰਦਾਂ ਨੇ ਇਸ ਤਰ੍ਹਾਂ ਉਚਾਰਨ ਕੀਤਾ, ਉਸ ਸਮੇਂ ਇੱਕ ਸਿੱਖ ਸਭਾ ਵਿੱਚ ਬੈਠਾ ਸੀ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ, ਇੱਕ ਮਹਾਨ ਵੱਡੀ ਟਾਹਲੀ ਖੜੀ ਹੈ। ਉਸ ਵਰਗੀ ਦੂਰ ਨੇੜੇ ਹੋਰ ਕੋਈ ਟਾਹਲੀ ਨਹੀਂ ਹੈ। ਉਹ ਬਹੁਤ ਮੋਟੀ ਅਤੇ ਲੰਮੀ ਹੈ, ਪਰ ਸਤਿਗੁਰੂ ਜੀ ਤੋਂ ਬਗੈਰ ਉਹ ਹੱਥ ਨਹੀਂ ਆਉਣੀ। ਹੋਰ ਕੋਈ ਵੀ ਉਸ ਨੂੰ ਕੱਟ ਨਹੀਂ ਸਕਦਾ। ਉਸ ਟਾਹਲੀ ਵਿੱਚ ਕੋਈ ਸ਼ਕਤੀ ਵਸਦੀ ਹੈ। ਉਸ ਨੂੰ ਵਸਦਿਆਂ ਬਹੁਤ ਲੰਮਾ ਸਮਾਂ ਬੀਤ ਗਿਆ ਹੈ। 20 ਕੋਹਾਂ ਦੇ ਪਿੰਡ ਉਸ ਟਾਹਲੀ ਨੂੰ ਮੰਨਦੇ ਹਨ ਤੇ ਜਾ ਕੇ ਪ੍ਰਣਾਮ ਕਰਦੇ ਹਨ। ਬਹੁਤ ਵਸਤਾਂ ਉਸ ਨੂੰ ਅਰਪਣ ਕਰਦੇ ਹਨ ਤੇ ਅਨੇਕ ਕਾਮਨਾਵਾਂ ਹਿਰਦੇ ਵਿੱਚ ਧਾਰਨ ਕਰਦੇ ਹਨ। ਹਰ ਥਾਂ ਤੋਂ ਮਨੁੱਖ ਸੀਸ ਨਿਵਾਉਂਦੇ ਹਨ। ਡਰਦੇ ਉਸ ਨੂੰ ਛੇੜਦੇ ਨਹੀਂ ਅਤੇ ਨਾ ਹੀ ਤਿਰਸਕਾਰ ਕਰਦੇ ਹਨ। ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਉਸ ਥਾਂ ਕੋਈ ਸਿੱਖ ਜਾਵੇ, ਉਹ ਜਾ ਕੇ ਉਸ ਟਾਹਲੀ ਨੂੰ ਵੱਢੇ, ਜਿਸ ਨਾਲ ਘਰਾਂ ਦਾ ਕਾਰਜ ਸੁਧਾਰੀਏ। ਇਹ ਸੁਣ ਕੇ ਭਾਈ ਪੀਰਾਣਾ ਉਧਰ ਚੱਲ ਪਏ, ਜਿੱਥੇ ਬਹੁਤ ਮੋਟੀ ਟਾਹਲੀ ਖੜੀ ਸੀ। ਹੱਥ ਵਿੱਚ ਕੁਹਾੜਾ ਅਤੇ ਤਰਖਾਣ ਨੂੰ ਨਾਲ ਲੈ ਕੇ ਗੁਰੂ ਜੀ ਦਾ ਸਿਮਰਨ ਕਰਦਾ ਉੱਥੇ ਚਲਾ ਗਿਆ। ਜਾ ਕੇ ਟਾਹਲੀ ਨੂੰ ਵੇਖਿਆ। ਬੜੀ ਖਰੀ, ਸੋਹਣੀ ਅਤੇ ਨਿੱਗਰ ਟਾਹਲੀ ਖੜੀ ਸੀ। ਜਿਹੜੇ ਤਰਖਾਣ ਨੂੰ ਨਾਲ ਲੈ ਕੇ ਗਿਆ ਸੀ, ਉਸ ਦਾ ਨਾਂ ਸਧਾਰਨ ਕਹਿੰਦੇ ਸਨ। ਜਿਹੜਾ ਤਨ ਮਨ ਤੋਂ ਗੁਰੂ ਜੀ ਦਾ ਪੱਕਾ ਸਿੱਖ ਸੀ, ਉਸਨੇ ਸਾਰੀ ਟਾਹਲੀ ਨੂੰ ਚੰਗੀ ਤਰ੍ਹਾਂ ਵੇਖਿਆ। ਉਸ ਟਾਹਲੀ ਦਾ ਇੱਕ ਵੱਡਾ ਭਾਰੀ ਥੰਬ ਵੀ ਬਣਦਾ ਸੀ, ਜਿਸ ਉੱਤੇ ਸੁੰਦਰ ਮੰਦਰ ਬਣ ਸਕਦਾ ਸੀ। ਉਹ ਦ੍ਰਿੜ ਤੌਰ ਤੇ ਸਭ ਭਾਰ ਸਹਿ ਸਕਦਾ ਸੀ ਅਤੇ ਬੜਾ ਸਖਤ ਦਿਖਾਈ ਦਿੰਦਾ ਸੀ। ਬਹੁਤ ਪੁਰਾਣੀ ਟਾਹਲੀ ਹੋਣ ਕਰਕੇ ਉਸ ਦੀ ਸਾਰੀ ਲੱਕੜੀ ਪੱਕੀ ਸੀ। ਉਸ ਦੇ ਬਰਾਬਰ ਹੋਰ ਕਿਤੇ ਵੀ ਪ੍ਰਾਪਤ ਨਹੀਂ ਸੀ। ਘਰ ਦੀ ਉਸਾਰੀ ਸਮੇਂ ਜੋ ਹੋਰ ਕੰਮ ਪਵੇਗਾ,
ਉਸ ਵਾਸਤੇ ਡਾਹਣੀਆਂ ਦੀ ਜੋ ਲੱਕੜੀ ਹੈ ਉਹ ਲੱਗ ਜਾਏਗੀ। ਨੇੜੇ ਹੋ ਕੇ ਹੱਥ ਵਿੱਚ ਕੁਹਾੜਾ ਲੈ ਕੇ ਟਾਹਲੀ ਨੂੰ ਕੱਟਣ ਵਾਸਤੇ ਬੜੇ ਜ਼ੋਰ ਨਾਲ ਵਾਰ ਕੀਤਾ। ਜਦ ਉਹ ਵਾਰ ਟਾਹਲੀ ਨੂੰ ਲੱਗਾ ਤਾਂ ਟਾਹਲੀ ਨੂੰ ਥੋੜਾ ਜਿਹਾ ਹੀ ਟੱਕ ਲੱਗਾ। ਤਦ ਟਾਹਲੀ ਦੇ ਰੁੱਖ ਵਿੱਚੋਂ ਇੱਕ ਆਵਾਜ਼ ਆਈ, ਹੇ ਪਿਰਾਣੇ, ਮੇਰੀ ਗਤੀ ਬਾਰੇ ਸੁਣੋ। ਮੈਂ ਬਹੁਤ ਦੇਰ ਤੋਂ ਇਸ ਟਾਹਲੀ ਵਿੱਚ ਵਸਦਾ ਹਾਂ। ਤੂੰ ਹੁਣ ਪਹੁੰਚ ਕੇ ਇਸ ਦਾ ਵਿਨਾਸ਼ ਕਰ ਦੇਂਗਾ। ਗੁਰੂ ਅਤੇ ਗੁਰੂ ਦੇ ਸਿੱਖ ਅਨੰਤ ਹਨ, ਉਹਨਾਂ ਉੱਤੇ ਮੇਰਾ ਵਸ ਨਹੀਂ ਚੱਲਦਾ। ਮੈਂ ਸਤਿਗੁਰੂ ਜੀ ਦਾ ਕੁਝ ਨਹੀਂ ਵਿਗਾੜਿਆ ਹੈ, ਫਿਰ ਉਹ ਮੇਰੇ ਆਵਾਸ ਨੂੰ ਕਿਉਂ ਢਾਉਣਾ ਚਾਹੁੰਦੇ ਹਨ? ਜਗਤ ਦੇ ਵਿੱਚ ਮੇਰੀ ਬਹੁਤ ਪੂਜਾ ਹੈ, ਲੋਕ ਬਹੁਤ ਉਪਹਾਰ ਲਿਆ ਕੇ ਅਰਪਣ ਕਰਦੇ ਹਨ। ਤੁਸੀਂ ਇੱਥੋਂ ਹਟ ਜਾਓ, ਇਸ ਬ੍ਰਿਛ ਦਾ ਨਾਸ਼ ਨਾ ਕਰੋ। ਗੁਰੂ ਜੀ ਅੱਗੇ ਮੇਰੀ ਬੇਨਤੀ ਕਰੋ, ਸ਼ਰਨ ਪਏ ਦੀ ਮੇਰੀ ਰੱਖਿਆ ਕਰੋ, ਆਪਣਾ ਜਾਣ ਕੇ ਰੱਖ ਲਵੋ। ਇਸ ਤਰ੍ਹਾਂ ਕਹਿ ਕੇ ਸਾਰੀ ਵਿਥਿਆ ਸੁਣਾਓ, ਜਿਵੇਂ ਗੁਰੂ ਜੀ ਦਾ ਹੁਕਮ ਹੋਵੇ ਸੁਣ ਕੇ ਆ ਜਾਓ। ਇਹ ਸੁਣ ਕੇ ਤਰਖਾਣ ਅਤੇ ਭਾਈ ਪਿਰਾਣਾ ਦੋਵੇਂ ਇਹ ਅਚਰਜ ਵੇਖ ਕੇ ਬਹੁਤ ਹੈਰਾਨ ਹੋਏ। ਆਪਸ ਵਿੱਚ ਕਹਿਣ ਲੱਗੇ, ਇਹ ਗੱਲ ਚੰਗੀ ਨਹੀਂ। ਇਸ ਦਰਖਤ ਤੇ ਸਦਾ ਹੀ ਆਪਣਾ ਵਾਸਾ ਰੱਖਣਾ ਚਾਹੁੰਦਾ ਹੈ, ਫਿਰ ਬਹੁਤ ਦੀਨ ਹੋ ਕੇ ਬੇਨਤੀ ਕਰਦਾ ਹੈ। ਇਸ ਵਿੱਚ ਹੰਕਾਰ ਆਦਿ ਦੀ ਕੋਈ ਗਿਣਤੀ ਨਹੀਂ ਹੈ। ਇੱਕ ਵਾਰ ਗੁਰੂ ਜੀ ਦੇ ਪਾਸ ਸੁਣਾਉਂਦੇ ਹਾਂ, ਫਿਰ ਆ ਕੇ ਦਰਖਤ ਨੂੰ ਵੱਢ ਲਵਾਂਗੇ। ਇਹ ਕਹਿ ਕੇ ਨਗਰ ਵਾਲੇ ਪਾਸੇ ਚਲੇ ਗਏ ਅਤੇ ਉੱਥੇ ਪਹੁੰਚ ਗਏ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਬੈਠੇ ਸਨ। ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭੂ ਜੀ, ਉਹ ਬ੍ਰਿਛ ਬਹੁਤ ਭਾਰੀ ਹੈ। ਜਦ ਅਸੀਂ ਉਸ ਨੂੰ ਵੱਢਣ ਲੱਗੇ ਤਾਂ ਉਸ ਵਿੱਚੋਂ ਇੱਕ ਆਵਾਜ਼ ਨਿਕਲੀ, ਮੇਰਾ ਤੁਸੀਂ ਕੰਮ ਕਿਉਂ ਵਿਗਾੜਦੇ ਹੋ? ਪਿੰਡਾਂ ਦੇ ਲੋਕ ਮੇਰੀ ਮਾਨਤਾ ਕਰਦੇ ਹਨ ਤੇ ਭਾਂਤ-ਭਾਂਤ ਦੀਆਂ ਭੇਟਾਵਾਂ ਚੜਾਉਂਦੇ ਹਨ। ਦਰਖਤ ਦੇ ਨਸ਼ਟ ਕਰਨ ਨਾਲ ਮੇਰੀ ਸਾਰੀ ਮਾਨਤਾ ਨਸ਼ਟ ਹੋ ਜਾਏਗੀ ਤੇ ਕੋਈ ਵੀ ਨਰ ਨਾਰੀ ਮੈਨੂੰ ਜਾਣ ਨਹੀਂ ਸਕੇਗਾ। ਇਹ ਮੇਰੀ ਵਿਥਿਆ ਗੁਰੂ ਜੀ ਨੂੰ ਸੁਣਾਓ, ਫਿਰ ਉਸ ਤਰ੍ਹਾਂ ਕਰੋ ਜਿਵੇਂ ਗੁਰੂ ਜੀ ਫਰਮਾਉਣ। ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦਾ ਹਿਰਦਾ ਬਹੁਤ ਕੋਮਲ ਤੇ ਵਿਸ਼ਾਲ ਕਿਰਪਾਲੂ ਹੈ, ਉਹ ਬੋਲੇ, ਅਸੀਂ ਉਸ ਦੇ ਪਾਸ ਜਾਂਦੇ ਹਾਂ ਤੇ ਸਭ ਪ੍ਰਕਾਰ ਧੀਰਜ ਦਿਆਂਗੇ। ਇਸ ਤਰ੍ਹਾਂ ਕਹਿ ਕੇ ਪਾਲਕੀ ਵਿੱਚ ਚੜ੍ਹ ਕੇ ਚੱਲ ਪਏ। ਉਸ ਬ੍ਰਿਛ ਨੂੰ ਵੇਖਣ ਚਲੇ ਗਏ ਜਿਸ ਦਾ ਵੱਢਣਾ ਭਲਾ ਹੈ। ਬਹੁਤ ਸੇਵਕ ਗੁਰੂ ਜੀ ਦੇ ਨਾਲ ਗਏ, ਜਿਹੜੇ ਇਹ ਸੁਣ ਕੇ ਬੜੇ ਹੈਰਾਨ ਹੋਏ ਕਿ ਦਰਖਤ ਬੋਲਦਾ ਹੈ। ਹੌਲੀ ਹੌਲੀ ਚੱਲ ਕੇ ਉਸ ਦੇ ਨੇੜੇ ਪਹੁੰਚ ਗਏ। ਜਦ ਸਾਰਿਆਂ ਨੂੰ ਆ ਕੇ ਖਲੋਤੇ ਵੇਖਿਆ ਤਾਂ ਫੇਰ ਆਵਾਜ਼ ਆਈ ਤੇ ਸਨਿਮਰ ਹੋ ਕੇ ਉਸਨੇ ਨਮਸਕਾਰ ਕੀਤੀ ਤੇ ਉਸ ਸਮੇਂ ਬੇਨਤੀ ਕਰਨ ਲੱਗਾ, ਹੇ ਪ੍ਰਭੂ ਜੀ, ਤੁਸੀਂ ਸਾਰਿਆਂ ਦੇ ਸੁੱਖਾਂ ਦੇ ਦਾਤੇ ਹੋ, ਮੇਰੇ ਨਿਵਾਸ ਸਥਾਨ ਦਾ ਕਿਉਂ ਘਾਤ ਕਰਦੇ ਹੋ? ਮੈਂ ਗੁਰੂ ਘਰ ਦਾ ਕੋਈ ਕੰਮ ਨਹੀਂ ਵਿਗਾੜਿਆ ਹੈ, ਮੇਰਾ ਕੀ ਅਪਰਾਧ ਵਿਚਾਰਿਆ ਹੈ? ਦੂਰ ਨੇੜੇ ਦੇ ਬਹੁਤ ਪਿੰਡ ਹਨ, ਉਹ ਮੇਰੇ ਅੱਗੇ ਖਲੋ ਕੇ ਸਿਰ ਨਿਵਾਉਂਦੇ ਹਨ। ਟਾਹਲੀ ਦੇ ਦਰਖਤ ਨੂੰ ਨਾ ਵੇਖ ਕੇ ਸਭ ਹਟ ਜਾਣਗੇ, ਫਿਰ ਕੋਈ ਵੀ ਮੈਨੂੰ ਭੇਟ ਆਦਿ ਨਹੀਂ ਦੇਵੇਗਾ। ਇਹ ਸੁਣ ਕੇ ਸਤਿਗੁਰੂ ਜੀ ਨੇ ਧੀਰਜ ਦਿੱਤਾ। ਇਹ ਦੇਸ਼ ਵੱਡੇ ਰੁੱਖਾਂ ਤੋਂ ਸਖਣਾ ਹੈ, ਮੋਟੀ ਲੱਕੜ ਲੱਭਦੇ ਰਹੇ ਹਾਂ ਪਰ ਕਿਸੇ ਥਾਂ ਤੋਂ ਵੀ ਮਿਲੀ ਨਹੀਂ ਹੈ। ਅਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹਾਂ। ਘਰ ਵਾਸਤੇ ਇਹ ਦੁਰਲਭ ਲੱਕੜੀ ਵੇਖੀ ਹੈ, ਹਰ ਕੋਈ ਦਰਖਤ ਇਸ ਵਰਗਾ ਨਹੀਂ ਹੈ। ਤੇਰੀ ਮਾਨਤਾ ਨੂੰ ਨਹੀਂ ਵਿਗਾੜਾਂਗੇ। ਜਿੱਥੇ ਥੰਮ ਦੇ ਕੇ ਘਰ ਦੀ ਉਸਾਰੀ ਕਰਾਂਗੇ, ਉਸ ਥਾਂ ਤੇਰੀ ਪੂਜਾ ਹੋਵੇਗੀ। ਉਹ ਪੂਜਾ ਇੱਥੇ ਨਾਲੋਂ ਵੀ ਜ਼ਿਆਦਾ ਵੱਧ ਜਾਏਗੀ। ਪਹਿਲਾਂ ਉਹ ਤੈਨੂੰ ਮੰਨਣਗੇ, ਬਾਅਦ ਵਿੱਚ ਸਾਡੇ ਦਰਸ਼ਨ ਕਰਨਗੇ। ਉੱਥੇ ਸੌਖੇ ਢੰਗ ਨਾਲ ਰਹੋ, ਤੇਰੀ ਅਨੇਕ ਪ੍ਰਕਾਰ ਨਾਲ ਮਹਾਨ ਮਾਨਤਾ ਹੋਵੇਗੀ। ਚਿੱਤ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ, ਪਹਿਲਾਂ ਨਾਲੋਂ ਇਹ ਪੂਜਾ ਦੁੱਗਣੀ ਹੋ ਜਾਏਗੀ। ਸਤਿਗੁਰੂ ਜੀ ਪਾਸੋਂ ਇਸ ਤਰ੍ਹਾਂ ਸੁਣ ਕੇ ਉਹ ਹਿਰਦੇ ਵਿੱਚ ਬਹੁਤ ਪ੍ਰਸੰਨ ਹੋ ਗਿਆ ਤੇ ਬੰਦਨਾ ਕਰਕੇ ਚੁੱਪ ਹੋ ਗਿਆ। ਆਪਣਾ ਹਿੱਤ ਦਰਖਤ ਦੇ ਕੱਟਣ ਵਿੱਚ ਹੀ ਜਾਣਿਆ। ਗੁਰੂ ਜੀ ਨੇ ਫਿਰ ਮੁਖ ਤੋਂ ਫਰਮਾਇਆ, ਹੇ ਸਧਾਰਨ ਤਰਖਾਣ, ਸੁਣੋ ਤੇ ਵੇਖੋ। ਜਿੰਨਾ ਸਥੰਭ ਰੱਖਣਾ ਹੈ, ਮਿੰਤੀ ਕਰਕੇ ਭਲੀ ਪ੍ਰਕਾਰ ਸੁਧਾਰ ਲਓ। ਸਭ ਵਿਧੀਆਂ ਕਰਕੇ ਉਸ ਨੂੰ ਇਸ ਥਾਂ ਤਿਆਰ ਕਰ ਲਓ। ਉਸ ਦਾ ਭਾਰ ਹੌਲਾ ਹੋ ਜਾਏਗਾ। ਫਿਰ ਗੱਡੇ ਤੇ ਰੱਖ ਕੇ ਲੈ ਆਵੋ। ਬਹੁਤ ਬਲਦ ਉਸ ਦੇ ਨਾਲ ਜੋੜੋ।
ਇਹ ਕਹਿ ਕੇ ਸਤਿਗੁਰੂ ਜੀ ਨਗਰ ਨੂੰ ਵਾਪਸ ਆ ਗਏ। ਸਾਰੇ ਸੇਵਕ ਸ੍ਰੇਸ਼ਟ ਜਸ ਕਰਦੇ ਸਨ। ਫਿਰ ਕੁਹਾੜਾ ਲੈ ਕੇ ਤਰਖਾਣ ਦਰਖਤ ਨੂੰ ਕੱਟਣ ਲੱਗ ਗਿਆ। ਸਾਰਾ ਦਰਖਤ ਜੜ ਤੋਂ ਹੀ ਵੜ ਦਿੱਤਾ। ਬਹੁਤ ਲੋਕਾਂ ਨੇ ਲੱਗ ਕੇ ਉਸ ਦਰਖਤ ਨੂੰ ਡੇਗ ਦਿੱਤਾ ਤੇ ਸਾਰੇ ਡਾਹਣੇ ਅਤੇ ਟਹਿਣੀਆਂ ਕੱਢ ਦਿੱਤੀਆਂ। ਮਿਣ ਕੇ ਜਿੰਨੀ ਮਿਣਤੀ ਚਾਹੀਦੀ ਸੀ ਓਨੀ ਮੋਟੀ ਲੱਕੜੀ ਰੱਖ ਲਈ। ਚੰਗੀ ਤਰ੍ਹਾਂ ਘੜ ਕੇ ਸਾਰਾ ਗੋਲ ਕਰ ਲਿਆ ਤੇ ਸੁੰਦਰ ਰੂਪ ਵਾਲਾ ਬਣਾ ਕੇ ਉੱਥੇ ਧਰ ਦਿੱਤਾ। ਇੱਕ ਗੱਡਾ ਮੰਗਵਾ ਕੇ ਉਸ ਨੂੰ ਕਈ ਬਲਦ ਜੁੱਤੇ ਤੇ ਬਹੁਤ ਮਨੁੱਖਾਂ ਨੇ ਮਿਲ ਕੇ ਸਥੰਭ ਨੂੰ ਗੱਡੇ ਉੱਤੇ ਚੜ੍ਹਾ ਦਿੱਤਾ। ਬੜੇ ਯਤਨਾਂ ਨਾਲ ਉਸ ਨੂੰ ਲੈ ਕੇ ਆਏ ਤੇ ਜਿੱਥੇ ਘਰ ਬਣਾਉਂਦੇ ਸੀ ਉੱਥੇ ਰੱਖ ਦਿੱਤਾ। ਸ਼੍ਰੀ ਸਤਿਗੁਰੂ ਜੀ ਵੇਖਣ ਵਾਸਤੇ ਆਏ। ਬਹੁਤ ਸੁੰਦਰ ਘੜਿਆ ਹੈ, ਸਾਰਿਆਂ ਨੂੰ ਕਹਿੰਦੇ ਸਨ। ਤਦ ਜਦ ਕਾਰੀਗਰ ਨੂੰ ਵੇਖਿਆ ਤਾਂ ਖੜੇ ਕਰਨ ਦੀ ਵਿਉਂਤ ਤੇ ਵਿਚਾਰ ਕੀਤੀ। ਬਹੁਤ ਮਨੁੱਖਾਂ ਨੇ ਇਕੱਠੇ ਹੋ ਕੇ ਚੁੱਕ ਲਿਆ ਤੇ ਚੰਗੇ ਥਾਂ ਤੇ ਖੜਾ ਕਰ ਦਿੱਤਾ। 9.25 ਹੱਥ ਥੰਬਾ ਚਾਹੁੰਦੇ ਸਨ। ਘੱਟ ਵੇਖ ਕੇ ਹਿਰਦੇ ਵਿੱਚ ਬਹੁਤ ਹੈਰਾਨ ਹੋਏ। 8 ਉਂਗਲੀਆਂ ਘੱਟ ਹੋ ਗਿਆ। ਜਦ ਮਿਣ ਕੇ ਵੇਖਿਆ ਤਾਂ ਕੰਮ ਵਿਗੜਿਆ ਜਾਣਿਆ। ਇਸ ਵਰਗਾ ਹੋਰ ਕਿਤੇ ਲੱਭ ਨਹੀਂ ਸਕਦਾ। ਤਾਂ ਫਿਰ ਘਰ ਕਿਸ ਦੇ ਆਸਰੇ ਬਣੇ। ਗੁਰੂ ਜੀ ਅੱਗੇ ਫਿਰ ਬੇਨਤੀ ਕੀਤੀ, ਪ੍ਰਭੂ ਜੀ ਵੱਡਾ ਕੰਮ ਵਿਗੜ ਗਿਆ ਹੈ। ਦੁਰਲੱਭ ਲੱਕੜੀ ਜਿਹੜੀ ਬੜਾ ਯਤਨ ਕਰਕੇ ਲਈ ਸੀ ਉਹ 8 ਉਂਗਲੀਆਂ ਘੱਟ ਨਿਕਲੀ ਹੈ। ਸਾਰਾ ਘਰ ਦਾ ਕੰਮ ਵਿਗੜ ਜਾਏਗਾ। ਜੇ ਉਸ ਉੱਤੇ ਹੁਣ ਚੜਾਈ ਕਰਾਂਗੇ ਤਾਂ ਹੋਰ ਉਪਾਅ ਨਹੀਂ ਬਣ ਆਉਣਗੇ। ਉਸ ਤਰ੍ਹਾਂ ਹੀ ਕਰੀਏ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ। ਇਹ ਸੁਣ ਕੇ ਸਤਿਗੁਰੂ ਜੀ ਉੱਥੇ ਚੱਲ ਕੇ ਆਏ ਜਿੱਥੇ ਖੰਭਾ ਘੱਟ ਹੋਇਆ ਖੜਾ ਸੀ। ਘਰ ਦੇ ਬਣਨ ਵਿੱਚ ਵਿਘਨ ਪੈ ਜਾਣ ਕਰਕੇ ਸਾਰੇ ਮਨੁੱਖ ਖੜੇ ਹੋ ਕੇ ਵੇਖ ਰਹੇ ਸਨ, ਪਛਤਾਉਂਦੇ ਸਨ ਅਤੇ ਮੁੱਖ ਨਾਲ ਕਹਿੰਦੇ ਸਨ, ਇਸ ਵਰਗਾ ਹੁਣ ਕਿੱਥੋਂ ਲੱਭਾਂਗੇ। ਭਾਰੀ ਦਰਖਤ ਵੱਢ ਕੇ ਗਵਾ ਦਿੱਤਾ ਹੈ। ਘਰ ਦਾ ਕੰਮ ਵੀ ਨਹੀਂ ਹੋਇਆ ਹੈ। ਗੁਰੂ ਅਰਜਨ ਦੇਵ ਜੀ ਨੇ ਘੱਟ ਹੋਏ ਥੰਮ ਨੂੰ ਵੇਖਿਆ। ਜਿਹੜਾ ਬਹੁਤ ਮੋਟਾ ਦਰਖਤ ਵੱਢਿਆ ਸੀ ਵਿਅਰਥ ਗਿਆ ਹੈ। ਗੁਰੂ ਜੀ ਨੇ ਆਪਣੇ ਮੁਖ ਤੋਂ ਫਰਮਾਇਆ, ਗੁਰੂ ਘਰ ਵਾਸਤੇ ਇਹ ਦਰਖਤ ਵੱਢਿਆ ਤੇ ਕਢਾਇਆ ਹੈ। ਆਪਣੀ ਖੁਸ਼ੀ ਨਾਲ ਇਹ ਪਹਿਲਾਂ ਬਹੁਤ ਡਾਹਣੀਆਂ ਸਮੇਤ ਵਧਿਆ ਹੋਇਆ ਸੀ। ਇਸ ਘਰ ਵਿੱਚ ਸਦਾ ਸਤ ਸੰਗਤ ਅਤੇ ਸਤਨਾਮ ਦਾ ਰਾਤ ਦਿਨ ਸਿਮਰਨ ਹੁੰਦਾ ਹੈ। ਇਸ ਕਰਕੇ ਸਾਡੇ ਕਹੇ ਤੇ ਇਹ ਵਿਸ਼ਾਲ ਵਧੇ ਜਿੰਨਾ ਵੀ ਇਹ ਚਾਹੁੰਦਾ ਹੈ। ਸਾਰੇ ਮਨੁੱਖ ਖੜੇ ਹੋਏ ਵੇਖ ਰਹੇ ਸਨ। ਤੁਰੰਤ 8 ਉਂਗਲੀਆਂ ਵੱਧ ਗਿਆ ਜਿੰਨਾ ਉਹ ਕਾਰੀਗਰ ਚਾਹੁੰਦੇ ਸਨ। ਉਹ ਸਾਰੇ ਹਿਰਦੇ ਵਿੱਚ ਬਹੁਤ ਹੈਰਾਨ ਹੋਏ। ਖੰਭੇ ਨੂੰ ਖੜਾ ਕਰਕੇ ਬਹੁਤ ਪ੍ਰਸੰਨ ਹੋਏ ਤੇ ਰਹਿਣ ਵਾਸਤੇ ਘਰ ਬਣਾਏ। ਜਿੰਨੀ ਸੰਗਤ ਚੱਲ ਕੇ ਆਉਂਦੀ ਸੀ ਪਹਿਲਾਂ ਖੰਭੇ ਨੂੰ ਭੇਟਾ ਦੇ ਕੇ ਸੀਸ ਨਿਵਾਉਂਦੀ ਸੀ। ਬਾਅਦ ਵਿੱਚ ਗੁਰੂ ਜੀ ਦੇ ਦਰਸ਼ਨ ਕਰਦੀ ਸੀ। ਇਸ ਤਰ੍ਹਾਂ ਇਸ ਸਥਾਨ ਦੀ ਵੀ ਬਹੁਤ ਮਾਨਤਾ ਹੋ ਗਈ। ਬਹੁਤ ਲੰਮੇ ਸਮੇਂ ਤੱਕ ਉਹ ਘਰ ਵਿੱਚ ਰਿਹਾ। ਉਸ ਤਰ੍ਹਾਂ ਹੀ ਉਸ ਦੀ ਪੂਜਾ ਹੋਈ ਜਿਵੇਂ ਗੁਰੂ ਜੀ ਨੇ ਕਿਹਾ ਸੀ। ਜਦ ਖਾਲਸੇ ਦਾ ਰਾਜ ਆਇਆ ਤੁਰਕਾਂ ਨਾਲ ਵੈਰ ਵੱਧ ਗਿਆ। ਪੱਛਮ ਵਾਲੇ ਪਾਸੇ ਤੋਂ ਵਿਕਰਾਲ ਮੁਸਲਮਾਨ ਇਕੱਠੇ ਹੋ ਕੇ ਆਏ। ਉਹਨਾਂ ਨਾਲ ਬਹੁਤ ਸਿੰਘ ਲੜ ਕੇ ਸ਼ਹੀਦ ਹੋ ਗਏ। ਵੈਰੀਆਂ ਦੀ ਇੱਥੋਂ ਤੱਕ ਪਹੁੰਚ ਹੋ ਗਈ। ਫਿਰ ਮੂਰਖ ਪੂਜਾ ਸਥਾਨ ਵੇਖ ਕੇ ਬਹੁਤ ਲੱਕੜਾਂ ਇਕੱਠੀਆਂ ਕਰਕੇ ਲਿਆਏ। ਉਹਨਾਂ ਲੱਕੜਾਂ ਨੂੰ ਥੰਬ ਦੇ ਚਾਰੇ ਪਾਸੇ ਧਰ ਕੇ ਤੁਰੰਤ ਅੱਗ ਲਾ ਦਿੱਤੀ। ਤੁਰੰਤ ਬਹੁਤ ਉੱਚੀ ਚੀਖ ਵੱਜੀ ਜਿਸ ਨਾਲ ਕੁਝ ਮੁਸਲਮਾਨ ਮਰ ਗਏ ਤੇ ਕੁਝ ਬੇਹੋਸ਼ ਹੋ ਗਏ। ਥੰਬ ਉਸੇ ਵੇਲੇ ਧਰਤੀ ਵਿੱਚ ਪ੍ਰਵੇਸ਼ ਕਰ ਗਿਆ। ਉਸ ਨੂੰ ਫਿਰ ਕਿਸੇ ਤਰ੍ਹਾਂ ਵੀ ਕਿਸੇ ਨੇ ਨਹੀਂ ਵੇਖਿਆ। ਹੁਣ ਤੱਕ ਜਿਹੜਾ ਸਿੱਖ ਜਾਂਦਾ ਹੈ ਭੇਟ ਅਰਪਣ ਕਰਕੇ ਸਿਰ ਝੁਕਾਉਂਦਾ ਹੈ। ਪਿਆਰੀ ਸਾਧ ਸੰਗਤ ਜੀ, ਜਿਸ ਸਥਾਨ ਤੇ ਉਹ ਥੰਬ ਖੜਾ ਸੀ ਉਸ ਸਥਾਨ ਤੇ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ। ਲੱਖਾਂ ਹੀ ਸੰਗਤਾਂ ਗੁਰਦੁਆਰਾ ਸ਼੍ਰੀ ਥੰਬ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਤੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ। ਦਾਸ ਵੀ 2 ਵਾਰ ਸ਼੍ਰੀ ਕਰਤਾਰਪੁਰ ਸਾਹਿਬ ਜਾ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਇਆ ਹੈ। ਆਪ ਜੀ ਵੀ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕ ਕੇ ਆਓ ਤਾਂ ਰਸਤੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਆਉਂਦਾ ਹੈ। ਉੱਥੇ ਜ਼ਰੂਰ ਜਾ ਕੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਉੱਥੇ ਹੋਰ ਵੀ ਸਥਾਨ ਹਨ। ਸ਼੍ਰੀ ਕਰਤਾਰਪੁਰ ਸਾਹਿਬ ਵਿੱਚ 7 ਇਤਿਹਾਸਿਕ ਗੁਰਦੁਆਰੇ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।